सो बेटा सारा प्यार भरी सत श्री अकाल। मेरा नाम हरसिमरनदीप सिंह है और मैं सरकारी स्मार्ट हाई स्कूल नैन कलां डिस्ट्रिक्ट पटियाला विच एज अ मैथमेटिक्स टीचर काम कर रहे हैं। सो बेटा अज असीं करांगे क्लास 7th दा चैप्टर नंबर 12 अलजबरई व्यंजक। अलजबरई व्यंजक। सो इस दे विच अज असीं ऐसे क्वेश्चंस करांगे जिस दे विच सानू बीज गणितमिक व्यंजकां नू जोड़ना ते घटाना सिखाया जाएगा। सो असीं क्वेश्चंस तो स्टार्ट करते हैं। एडिशन एंड सबट्रैक्शंस ऑफ अलजेब्रिक एक्सप्रेशंस ये असीं अज दे टॉपिक दे विच करांगे। तो मैं लिखदा बीज गणितमिक, टॉपिक रहेगा बीज गणितमिक व्यंजकां नू जोड़ना अते घटाना। हुण बीज गणितमिक व्यंजक की हुंदे ने ये सारा कुछ असीं पिछली एक्सरसाइज विच करके आए हैं और इन्हां नूं हुण जोड़ना ते घटाना किवें है ओह असीं इस टॉपिक दे विच कवर करांगे। मैं तुहानूं एक एग्जांपल दे के स्टार्ट करदा। जिवें कि आपां नूं दित्ता होया है 3x + 11 ਅਤੇ 5x + 7 ਨੂੰ जोड़ो। आपस ਵਿੱਚ जोड़ो या सिंपल जोड़ो, आपस ਵਿੱਚ जोड़ो। ਤਾਂ ਇਹਨਾਂ ਦੋਨਾਂ ਨੂੰ ਅਸੀਂ ਆਪਸ ਚ ਐਡ ਕਰਨਾ ਹੈ, ਐਡੀਸ਼ਨ ਕਰਨੀ ਹੈ। ਤਾਂ ਅਸੀਂ ਕੀ ਕਰਾਂਗੇ 3x + 11 ਲਿਖਾਂਗੇ, ਇਹਦੇ ਵਿੱਚ ਐਡ ਕਰਨੀ ਹੈ ਇਹ ਚੀਜ਼, ਪਲੱਸ ਕਰ ਦਾਂਗੇ 5x + 7। सिंपल मैं अते हटाया, अते की थां ते मैं ऐड करता, प्लस साइन लगाता। हुण असीं की करांगे इक्को जिहियां टर्म्स नूं या जिन्हों आपां कहने आ कि सिमिलर जिहड़ियां टर्म्स जिन्हों आपां कहने आ उन्हां नूं असीं इकट्ठे कर लांगे। 3x + 5x देखो इत्थे 3x है, ये 5x है, ये दोनों इक्को जिहे प्लस 11 + 7 ये दोनों इक्को जिहे। तो 3x + 5x ਨੂੰ ਆਪਸ ਵਿੱਚ ਜਦੋਂ ਜੋੜਿਆ ਤਾਂ ਇਹ ਬਣਿਆ 8x + 11 + 7 ਨੂੰ ਇਹ ਬਣਿਆ 18। ਤਾਂ ਇਸ ਅਕੋਰਡਿੰਗ ਸਾਡਾ ਆਨਸਰ ਆ ਜਾਏਗਾ 3x + 5x ਬਣ ਗਿਆ 8x + 11 + 7 ਬਣ ਗਿਆ 8। ਇਹ क्वेश्चन बड़ा सिंपल क्वेश्चन सी। कई बारी प्रॉब्लम ये आती है कि बच्चे सिमिलर जड़ियां टर्म्स ने उन्हां नूं पछाणन च गलती करते हैं। कई बार सानू टर्म्स कुछ इस तरह दित्ते हुए हैं 4x + 5y + 4x² y + 5y² x। एक सानू ए टर्म दित्ती हुंदी है, दूसरी सानू टर्म दित्ती हुंदी है ऐड करने वास्ते 3x + 4y + 4xy + 5xy ਦਾ ਸਕੁਅਰ। ਹੁਣ ਇਹਨਾਂ ਚ ਪਹਿਲਾਂ ਅਸੀਂ ਪਛਾਣਨਾ ਹੈ ਕਿ ਸਿਮਿਲਰ ਟਰਮਸ ਕਿਹੜੀਆਂ ਦੋਨਾਂ ਦੇ ਵਿੱਚ, ਤਾਂ ਹੀ ਅਸੀਂ ਐਡ ਕਰਾਂਗੇ। ਐਡ ਕਰਨ ਲਈ ਅਸੀਂ ਕੀ ਕਰਨਾ ਹੈ, ਇਹਨਾਂ ਦੋਨਾਂ ਨੂੰ ਪਹਿਲਾਂ ਇੱਕ ਆਪਾਂ ਨੂੰ ਰਕਮ ਦਿੱਤੀ ਹੋਈ ਹੈ, ਇੱਕ ਸਾਨੂੰ ਇਹ ਰਕਮ ਦਿੱਤੀ ਹੋਈ ਹੈ। ਦੋਨਾਂ ਨੂੰ ਐਡ ਕਰਨ ਵਾਸਤੇ ਮੈਂ ਕੀ ਕਰਦਾ ਵਿਚਕਾਰ ਪਲੱਸ ਦਾ ਸਾਈਨ ਪਾ ਦੇਣਾ। ਇਹ ਦੋ ਟਰਮਸ ਨੂੰ ਅਸੀਂ ਦੋ ਰਕਮਾਂ ਨੂੰ ਅਸੀਂ ਐਡ ਕਰਨਾ ਹੈ ਬਸ। ਤਾਂ ਮੈਂ ਕੀ ਕਰੂੰਗਾ ਵਿਚਕਾਰ ਪਲੱਸ ਦਾ ਸਾਈਨ ਪਾ ਦੇਣਾ। ਇਹ मैं पहली चीज लिख ली ये वाली, कोमा आ दूसरी चीज है। जोड़न वेले मैं की करूंगा प्लस का साइन पा दूंगा। तो इत्थे मैं लिखूंगा 3x + 4y + 4xy + 5xy²। ਹੁਣ ਅਸੀਂ ਇਸ ਦੇ ਵਿੱਚ ਕਰਨਾ ਕੀ ਹੈ, ਸਮਾਨ ਪਦਾਂ ਨੂੰ ਲੱਭਣਾ ਹੈ। ਸਭ ਤੋਂ ਪਹਿਲੀ ਚੀਜ਼ ਸਮਾਨ ਪਦਾਂ ਨੂੰ ਲੱਭਣਾ ਹੈ। ਸਮਾਨ ਪਦਾਂ ਨੂੰ ਲੱਭਣ ਦੇ ਵਿੱਚ ਹੀ ਬੱਚਿਆਂ ਨੂੰ ਦਿੱਕਤ ਆਉਂਦੀ ਹੈ। ਇਹ ਐਗਜ਼ਾਮਪਲ ਮੈਂ ਤਾਂ ਦੇ ਰਿਹਾ ਸੋ ਦੈਟ ਬੱਚਿਆਂ ਨੂੰ ਕਲੀਅਰ ਹੋ ਜਾਏ ਤੁਹਾਨੂੰ कि समान पद इन्हां दे विच केड़े-केड़े ने। देखो पहली चीज
ਇਹ ਹੈ 4 ਦੇ ਨਾਲ ਲੱਗਿਆ ਹੋਇਆ x। 4 ਕੀ ਹੈ? ਇੱਕ ਕਨਸਟੈਂਟ ਟਰਮ ਹੈ ਜਿਹਦੀ ਵੈਲਿਊ ਹਮੇਸ਼ਾ 4 ਹੁੰਦੀ ਹੈ ਹਨਾ। 4 ਦੇ ਨਾਲ x ਲੱਗਿਆ ਹੋਇਆ ਹੈ। ਇੱਕ ਮੈਥਮੈਟੀਕਲ ਟਰਮ ਦੇ ਨਾਲ ਕੱਲਾ x ਲੱਗਿਆ ਹੋਇਆ ਹੈ। ਮੈਥਮੈਟਿਕਲੀ ਇੱਕ ਡਿਜਿਟ ਹੈ 4, ਉਹਦੇ ਨਾਲ x ਲੱਗਿਆ ਹੋਇਆ। ਤਾਂ ਹੁਣ ਐਸਾ ਕੋਈ ਹੋਰ ਹੈ ਇੱਥੇ ਕਿ ਇੱਕ ਡਿਜਿਟ ਦੇ ਨਾਲ x ਲੱਗਿਆ ਹੋਵੇ? ਕੋਈ ਐਸੀ ਟਰਮ ਲੱਭਣੀ ਹੈ। ਦੇਖੋ 5 ਦੇ ਨਾਲ ਤਾਂ y ਲੱਗਿਆ ਹੋਇਆ, ਇਹ ਸਾਨੂੰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਇਹ x ਵਾਲੀ ਟਰਮ ਹੈ ਤੇ ਇਹ y ਵਾਲੀ ਟਰਮ ਹੈ। ਇਹ ਸਮਾਨ ਪਦ ਨਹੀਂ ਹੈਗੇ। ਇਹ x ਦੀ ਘਾਤ 2 ਬਣ ਗਈ ਇੱਥੇ, ਇਹ ਵੀ ਇਹਦੇ ਨਾਲ ਮੈਚ ਨਹੀਂ ਕਿਉਂਕਿ ਇੱਥੇ x ਦੀ ਘਾਤ ਕੀ ਹੈ? 1 ਹੈ। x ਦੇ ਉੱਪਰ ਕੁਝ ਵੀ ਨਹੀਂ ਲਿਖਿਆ ਹੋਇਆ, ਇਟ ਮੀਨਸ 1 ਹੁੰਦਾ ਹੈ। ਐਵੇਂ ਇੱਥੇ y ਹੈ ਤਾਂ ਇਹ ਵੀ ਸਿਮਿਲਰ ਨਹੀਂ ਹੈ। ਇਸ ਤੋਂ ਬਾਅਦ 3 ਦੇ ਨਾਲ x ਲੱਗਿਆ ਹੈ। ਦੇਖੋ ਇੱਥੇ 4 ਦੇ ਨਾਲ x ਲੱਗਿਆ ਹੋਇਆ ਸੀ, ਇੱਥੇ 3 ਦੇ ਨਾਲ x ਲੱਗਿਆ ਹੋਇਆ। ਤਾਂ ਇਹ ਕੀ ਹੈ? ਦੋਨੋਂ ਸਿਮਿਲਰ ਟਾਈਪ ਦੀਆਂ ਟਰਮਸ ਨੇ। ਤਾਂ ਅਸੀਂ ਇਹਨਾਂ ਨੂੰ ਇਕੱਠੇ ਕਰਾਂਗੇ 4x 3x। ਕੋਈ ਹੋਰ ਹੈ x ਵਾਲੀ ਟਰਮ? ਕੱਲਾ x ਜਿਸ ਤੇ ਲੱਗਿਆ ਹੋਵੇ। ਆ y ਲੱਗਿਆ ਹੋਇਆ, ਇਹ ਕੱਲਾ x ਵਾਲੀ ਟਰਮ ਨਹੀਂ ਹੈ, ਇਹ ਕੱਲੇ y ਵਾਲੀ ਟਰਮ ਹੈ। ਇੱਥੇ x ਤਾਂ ਲੱਗਿਆ ਹੋਇਆ ਪਰ y ਦੀ ਪਾਵਰ 2 ਨਾਲ ਲੱਗੀ ਹੋਈ, ਇਸ ਕਰਕੇ ਐਸੀ ਟਰਮ ਇਹਨਾਂ ਦੋਨਾਂ ਵਰਗੀ ਕੋਈ ਹੋਰ ਨਹੀਂ ਹੈ। ਮੈਂ ਇਹਨਾਂ ਦੋਨਾਂ ਨੂੰ ਇਕੱਠਾ ਇੱਥੇ ਕਰ ਲੈਣਾ। ਦੈਨ 5y 5y plus 5y। ਦੇਖੋ y ਵਾਲੀ ਕੋਈ ਹੋਰ ਟਰਮ ਹੈ ਜਿਸ ਦੇ ਵਿੱਚ ਕੱਲਾ y ਲੱਗਿਆ ਹੋਵੇ, ਕਿਸੇ ਮੈਥਮੈਟਿਕਸ ਡਿਜਿਟ ਦੇ ਨਾਲ ਕੱਲਾ y ਲੱਗਿਆ ਹੋਵੇ। ਦੇਖੋ 5 ਨਾਲ y ਲੱਗਿਆ ਹੋਇਆ ਹੈ, ਇੱਥੇ y ਤਾਂ ਹੈ, 4 ਵੀ ਹੈ ਪਰ x ਸਕੁਅਰ ਨਾਲ ਆ ਗਿਆ, ਇਸ ਕਰਕੇ ਇਹ ਕੀ ਹੈ? ਇਹ ਸਮਾਨ ਪਦ ਨਹੀਂ ਹੈਗੇ। ਸਿਮਿਲਰਲੀ ਇਹ ਵੀ y ਦੀ ਪਾਵਰ 2 ਹੈ, ਕੱਲਾ y ਨਹੀਂ ਹੈ, ਔਰ ਨਾਲ x ਵੀ ਲੱਗਿਆ ਹੋਇਆ, ਇਟ ਮੀਨਸ ਇਹ ਵੀ ਇਹਦੇ ਵਰਗੀ ਟਰਮ ਨਹੀਂ ਹੈ। ਇੱਥੇ ਕੀ ਹੈ? 4y 4y, ਇਹ ਕੀ ਹੈ? 5y। ਤਾਂ ਤੁਹਾਨੂੰ ਨਜ਼ਰ ਆਏਗਾ ਇਹ 5y ਤੇ 4y ਜੋ ਹੈ ਸਿਮਿਲਰ ਟਰਮਸ ਹੈ। ਤਾਂ ਮੈਂ ਇਹਨਾਂ ਨੂੰ ਇਕੱਠੀਆਂ ਕਰ ਲੂੰਗਾ 5y plus 4। मैं ਜਦੋਂ ਇਕੱਠੀਆਂ ਕਰ ਲਈਆਂ ਦੈਨ ਅਗਲੀ ਟਰਮ ਜੋ ਆ ਗਈ 4x ਦੀ ਪਾਵਰ 2 y ਦੀ ਪਾਵਰ 1। ਹੁਣ ਇੱਥੇ ਧਿਆਨ ਦੇਣਾ ਹੈ, ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਇੱਕ ਤਾਂ ਲੱਗਿਆ ਹੋਇਆ 4, ਇੱਕ ਲੱਗਿਆ x ਦੀ ਪਾਵਰ 2 ਤੇ ਇੱਕ ਲੱਗਿਆ y। ਇਹ ਤਿੰਨ ਚੀਜ਼ਾਂ ਜੇ ਇਸ ਨੂੰ ਪੂਰੀ ਤਰ੍ਹਾਂ ਚੈੱਕ ਕਰਾਂ ਤਾਂ ਇੱਕ ਤਾਂ ਕੋਈ ਮੈਥ ਦਾ ਡਿਜਿਟ ਹੈ, ਇੱਕ x ਦੀ ਘਾਤ ਜਾਂ ਪਾਵਰ 2 ਹੈ, ਇੱਕ y ਦੀ ਪਾਵਰ 1 ਹੈ। ਹੁਣ ਇਹਨੂੰ ਅਸੀਂ ਕੰਪੇਅਰ ਕਰਦੇ ਆ ਇਹਦੇ ਨਾਲ। ਦੇਖੋ 5y ਸਕੁਅਰ x, ਜੇ ਮੈਂ ਇਹਨੂੰ ਲਿਖਦਾ 4 ਵਰਗਾ ਤਾਂ 5 ਹੈ, ਇੱਕ ਡਿਜਿਟ ਹੈ। y ਦੀ ਪਾਵਰ 2, y ਦੀ ਪਾਵਰ 2 ਤੇ x, ਦੇਖੋ ਇੱਥੇ x ਦੀ ਪਾਵਰ 2 ਸੀ, ਇੱਥੇ x ਦੀ ਪਾਵਰ 1 ਹੈ। ਇਟ ਮੀਨਸ ਇਹ ਵਾਲੀ ਜਿਹੜੀ ਰਕਮ ਹੈ ਐਸੀ ਨਹੀਂ ਹੈ, ਤਾਂ ਮੈਂ ਇਸ ਨੂੰ ਕੰਸੀਡਰ ਨਹੀਂ ਕਰੂੰਗਾ। ਹਾਲਾਂਕਿ ਇਹਦੇ ਵਿੱਚ ਵੀ x ਤੇ y ਲਿਖਿਆ ਹੋਇਆ ਤੇ ਇਹਦੇ ਵਿੱਚ ਵੀ x ਤੇ y ਜਾਂ y ਤੇ x ਲਿਖਿਆ ਹੋਇਆ, ਪਰ ਪਾਵਰਸ ਦਾ ਹੇਰ-ਫੇਰ ਹੋ ਗਿਆ। ਇਟ ਮੀਨਸ ਇੱਥੇ x ਦੀ ਪਾਵਰ 2 ਹੈ ਤੇ ਇੱਥੇ x ਦੀ ਪਾਵਰ 1 ਹੈ। ਇਹ ਸਿਮਿਲਰ ਟਰਮਸ ਨਹੀਂ ਹੈਗੀਆਂ, ਇਹ ਦੋਨੋਂ ਸਮਾਨ ਪਦ ਨਹੀਂ ਹੈਗੇ। ਤਾਂ ਮੈਂ ਕੀ ਕਰਦਾ, ਇਹ ਚੀਜ਼ ਜਿਹੜੀ ਹੈ ਇਸ ਨੂੰ ਇਹਦੇ ਨਾਲ ਮੈਂ ਨਹੀਂ ਜੋੜ ਸਕਦਾ। ਅਗਲੀ ਅਸੀਂ ਚੈੱਕ ਕਰਦੇ ਹਾਂ 4xy 4xy। ਦੇਖੋ ਆ ਪਹਿਲੀ ਟਰਮ ਸਿਮਿਲਰ ਹੈ, y ਤੇ y ਦੋਨਾਂ ਦੀ ਪਾਵਰ 1 ਹੈ, ਪਰ ਇੱਥੇ x ਦੀ ਪਾਵਰ 2 ਹੈ, ਇੱਥੇ x ਦੀ ਪਾਵਰ ਇੱਕੋ ਹੀ ਹੈ। ਇਟ ਮੀਨਸ ਇਹ ਵੀ ਟਰਮ ਜਿਹੜੀ ਹੈ ਇਹਦੇ ਨਾਲ ਮਿਲਦੀ ਜੁਲਦੀ ਨਹੀਂ ਹੈ, ਇਹ ਟਰਮ ਵੀ ਮਿਲਦੀ ਜੁਲਦੀ ਨਹੀਂ ਸੀ। ਤਾਂ ਇਸ ਕਰਕੇ ਅਸੀਂ ਇਹਨੂੰ ਤੇ ਇਹਨੂੰ ਵੀ ਨਹੀਂ ਜੋੜਿਆ ਔਰ ਇਹਨੂੰ ਤੇ ਇਹਨੂੰ ਵੀ ਨਹੀਂ ਜੋੜਿਆ। ਹੁਣ ਲਾਸਟ ਵਾਲੀ 5xy ਸਕੁਅਰ 5xy ਸਕੁਅਰ, ਉਹਨੂੰ ਵੀ ਲਿਖ ਕੇ ਦੇਖਦੇ ਆਪਾਂ 5xy ਸਕੁਅਰ। ਦੇਖੋ 4 ਤੇ 5 एक ही ने सेम डिजिट्स में y है इथे y की पावर 2 है, इट मींस ये मैच नहीं करती है। x की पावर 2 है इथे x है, ये भी मैच नहीं करते। इट मींस ऐसी और टर्म साडे कोल नहीं है, ऐसी साडे कोल कोई टर्म होर नहीं है। तो मैं की करूंगा इस दी थां पे सिर्फ ते सिर्फ यही लिख दूंगा, कुछ होर ऐड नाल नहीं करूंगा। साडा सोल्व होके साडे कोले ऐसी रकम कोई होर नहीं मिली, तो साडा आंसर ਇਹਦਾ यही आ गया। देन इसको अगली टर्म्स की बचा देखो 1 2 3 4 5 6 7 8 टर्म साडे कोल हैगियां सी। इस चों 1 4x फिर 5y फिर 4x2y आ 3x ते आह 4।
4 ਅਸੀਂ 5 ਟਰਮਸ ਥੱਲੇ ਲੈ ਕੇ ਆ ਚੁੱਕੇ ਹਾਂ। ਉੱਪਰ ਆਪਣੇ ਕੋਲੇ ਸਿਰਫ 1 2 ਤੇ 3 ਟਰਮਸ ਬਚੀਆਂ। ਇਹਨਾਂ 'ਚ ਅਸੀਂ ਦੇਖਦੇ ਹਾਂ ਕਿ ਕਿਹੜੀਆਂ ਆਪਸ ਦੇ ਵਿੱਚ ਇੱਕੋ ਜਿਹੀਆਂ ਨੇ। ਇਹ ਦੇਖੋ, ਇਹ ਹੈ 5y²x 5y²x। ਇਹਨੂੰ ਹੁਣ ਇਹਦੇ ਨਾਲ ਕੰਪੇਅਰ ਕਰਦੇ ਹਾਂ 4xy। ਦੇਖੋ ਇੱਥੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। y ਦੀ ਪਾਵਰ 2 ਹੈ, ਇੱਥੇ y ਦੀ ਪਾਵਰ 1 ਹੈ। ਇੱਥੇ ਗੜਬੜ ਹੋ ਗਈ। ਇਟ ਮੀਨਸ ਇਹ ਵਾਲੀ ਟਰਮ ਤੇ ਇਹ ਵਾਲੀ ਟਰਮਸ ਇਹ ਦੋਨੋਂ ਸਮਾਨ ਪਦ ਨਹੀਂ ਹੈਗੇ। ਇਟ ਮੀਨਸ ਅਸੀਂ ਇਹਨਾਂ ਨੂੰ ਐਡ ਨਹੀਂ ਕਰ ਸਕਦੇ। ਅਗਲੀ ਟਰਮ, ਹੁਣ ਇਹਨੂੰ ਮੈਂ 5y²x ਨੂੰ ਕੰਪੇਅਰ ਕਰੂੰਗਾ 5xy² ਨਾਲ 5xy² ਨਾਲ। ਤਾਂ ਇਹ ਚੀਜ਼ਾਂ ਕਿਉਂਕਿ ਮੈਥਮੈਟਿਕਲ ਇੱਕ ਡਿਜਿਟ ਹੈ, ਦੋਨੋਂ ਅੱਗੇ ਸੇਮ ਲੱਗਿਆ ਹੋਇਆ ਹੈ। y ਦੀ ਪਾਵਰ 2, ਇੱਥੇ y ਦੀ ਪਾਵਰ ਕਿੰਨੀ ਹੈ 2, ਇੱਥੇ y ਦੀ ਪਾਵਰ ਕੀ ਹੈ 2, ਇੱਥੇ x ਦੀ ਪਾਵਰ ਕਿੰਨੀ ਹੈ 1 ਔਰ ਇੱਥੇ x ਦੀ ਪਾਵਰ ਕਿੰਨੀ ਹੈ 1। ਇਟ ਮੀਨਸ ਇਹ ਦੋਨੋਂ ਟਰਮਸ ਸੇਮ ਹੈ। ਇਹ ਲਿਖਿਆ ਹੋਇਆ ਹੈ 5 × y² × x ਔਰ ਇਸ ਨੂੰ ਲਿਖਿਆ ਹੋਇਆ ਹੈ 5 × x × y²। ਤਾਂ ਇੱਕੋ ਹੀ ਚੀਜ਼ ਹੋਗੀ। ਜਿਵੇਂ ਆਪਾਂ ਲਿਖਦੇ ਹਾਂ 5 × 4 × 3, ਇਹਦਾ ਆਨਸਰ ਆਉਂਦਾ ਹੈ 5 ਚੌਕੇ 20 20 ਤੀਆ 60। ਆਪਾਂ ਇਸ ਨੂੰ ਐਂ ਵੀ ਤਾਂ ਲਿਖ ਸਕਦੇ ਹਾਂ 5 × 3 × 4, ਤਾਂ 5 ਤੀਆ 15 15 ਚੌਕੇ 60। ਤਾਂ ਆਨਸਰ ਤਾਂ ਸੇਮ ਹੀ ਆਏਗਾ ਨਾ। ਇਟ ਮੀਨਸ ਦੀ ਪਾਵਰ 2 × x ਬਰਾਬਰ ਹੈ 5x ਤੇ y² ਦੇ। ਇਹ ਦੋਨੋਂ ਟਰਮਸ ਕੀ ਨੇ ਸੇਮ ਹੈ। ਤਾਂ ਮੈਂ ਐਡ ਕਰਦਾ 5 y ਦੀ ਪਾਵਰ 2 x, ਇਹ ਰਕਮ ਲਿਖਦਾ, ਪਲੱਸ 5 xy ਦੀ ਪਾਵਰ 2 ਔਰ ਇੱਕ ਰਕਮ ਸਾਡੇ ਕੋਲੇ ਹੁਣ ਬਚ ਗਈ। ਉਹ ਕਰਨੀ ਕੀ ਹੈ 4xy ਪਲੱਸ 4xy। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਸਿਮਿਲਰ ਟਰਮਸ ਜਾਂ ਸਮਾਨ ਪਦ ਕੀ ਹੁੰਦੇ ਹਨ। ਤਾਂ ਅਸੀਂ ਅਗਲਾ ਕੰਮ ਕੀ ਕਰਨਾ ਹੈ, ਇਹਨਾਂ ਨੂੰ ਹੁਣ ਜੋੜਨਾ ਹੈ। ਜੋੜਨਾ ਕਿਵੇਂ ਹੈ, x ਵਾਲੀਆਂ x ਨਾਲ ਜੁੜਨਗੀਆਂ, y ਵਾਲੀਆਂ y ਨਾਲ ਜੁੜਨਗੀਆਂ। x²y ਇਹ ਇਕੱਲੀ ਟਰਮ ਹੈ, y²x plus xy² ਇਹ ਇਕੱਠੀਆਂ ਨੇ। ਮੈਂ 5y²x ਤੇ 5xy² ਨੂੰ ਇੱਕੋ ਹੀ ਤਰ੍ਹਾਂ ਬਣਾ ਲੈਣਾ। ਇਸ ਦੇ ਵਿੱਚ ਮੈਂ y² ਨੂੰ ਅੱਗੇ ਲੈ ਲੈਣਾ ਤੇ x ਨੂੰ ਪਿੱਛੇ ਲੈ ਲੈਣਾ। ਇੱਥੇ ਮੈਂ ਲਿਖ ਦੇਣਾ y²x ਕਿਉਂਕਿ ਆਪਾਂ ਪਹਿਲਾਂ ਕੰਪੇਅਰ ਕਰ ਚੁੱਕੇ ਹਾਂ ਕਿ ਇਹ ਸਿਮਿਲਰ ਟਰਮਸ ਨੇ। ਤਾਂ ਇਹਨੂੰ ਵੀ ਮੈਂ ਐਜ਼ ਇਟ ਇਜ਼ ਲਿਖ ਦੇਣਾ ਪਲੱਸ 4xy। ਹੁਣ ਸਾਨੂੰ ਕੋਈ ਭੁਲੇਖਾ ਨਹੀਂ ਰਿਹਾ। 4x ਤੇ 3x ਨੂੰ ਜੋੜਾਂਗੇ ਤਾਂ ਆਏਗਾ 7x ਪਲੱਸ 5y ਤੇ 4y ਨੂੰ ਜੋੜਾਂਗੇ ਕੀ ਆਏਗਾ 9y। ਦੇਖੋ 5 ਤੇ 4 ਕਿੰਨੇ ਹੁੰਦੇ 9 ਤੇ ਜੇ 5y ਤੇ 4y ਕੀ ਹੋਣਗੇ 9y। ਤਾਂ ਮੈਂ ਲਿਖ ਦੂੰਗਾ 9y ਪਲੱਸ ਇਹ ਸਿੰਗਲ ਟਰਮ ਹੈ, ਐਸੀ ਕੋਈ ਹੋਰ ਹੈ ਨਹੀਂ 4x²y ਪਲੱਸ ਹੁਣ ਦੋ ਟਰਮ ਐਸੀਆਂ ਨੇ 5y²x ਪਲੱਸ 5y²x। ਆਪਾਂ ਲਿਖ ਸਕਦੇ ਹਾਂ 5 ਪਲੱਸ 5 ਕਿੰਨੇ ਹੁੰਦੇ ਆ 10 ਤੇ 5y²x ਤੇ 5y²x ਇਹ ਕੀ ਬਣਨਗੇ 10y²x। ਤਾਂ ਦੋਨਾਂ ਦਾ ਜੋੜ ਕਿਸ ਦੇ ਬਰਾਬਰ ਆ ਗਿਆ 10y²x। ਇਹ ਕੀ ਬਣਿਆ ਪਲੱਸ 4xy। ਇਹ ਸਾਡਾ ਆਨਸਰ ਆ ਗਿਆ। ਇਸ ਤਰ੍ਹਾਂ ਅਸੀਂ ਇਹਨਾਂ ਟਰਮਸ ਨੂੰ ਜੋੜ ਸਕਦੇ ਹਾਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹੋਰ, ਇਸ ਤੋਂ ਨੈਕਸਟ ਆਪਾਂ ਐਡੀਸ਼ਨ ਦੀ ਐਗਜ਼ਾਮਪਲ ਇੱਕ ਹੋਰ ਕਰਦੇ ਹਾਂ। तीन एक्स प्लस 11 प्लस 8z 3x प्लस 11 प्लस 8z ਅਤੇ 7x minus 5 ਨੂੰ ਜੋੜ। ਹੁਣ ਅਸੀਂ ਇਹ ਦੋ ਟਰਮਸ ਨੂੰ ਆਪਸ ਦੇ ਵਿੱਚ ਦੋ ਰਕਮਾਂ ਜਿਹੜੀਆਂ ਆਪਾਂ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਅਸੀਂ ਆਪਸ ਵਿੱਚ ਜੋੜਨਾ ਹੈ। ਤਾਂ ਕੀ ਕਰਾਂਗੇ ਅਤੇ ਦੀ ਥਾਂ ਤੇ ਮੈਂ ਕੀ ਕਰੂੰਗਾ ਪਲੱਸ ਲਗਾ ਦੂੰਗਾ। ਤਾਂ 3x plus 11 plus 8z plus 7x minus 5 ਵਿਚਕਾਰ ਮੈਂ ਸਿੰਪਲ ਇੱਕ ਪਲੱਸ ਦਾ ਸਾਈਨ ਪਾਤਾ ਔਰ ਸਾਰਾ ਕੁਝ ਬਾਕੀ ਦਾ ਸੇਮ ਆ ਗਿਆ। ਹੁਣ ਅਸੀਂ ਜੋੜਦੇ ਹਾਂ ਸਿਮਿਲਰ ਟਰਮਸ। ਪਹਿਲਾਂ ਅਸੀਂ ਲੱਭਾਂਗੇ ਕਿਹੜੇ ਕਿਹੜੇ ਨੇ ਸਮਾਨ ਪਦਾਂ ਨੂੰ ਇਕੱਠਾ ਕਰਾਂਗੇ। 3x ਵਰਗਾ ਕੋਈ ਹੋਰ ਹੈ 7x। ਦੇਖੋ 3x plus 7x then plus 11 ਵਰਗਾ ਕੋਈ ਹੋਰ ਹੈ -5 ਜਿਹਦੇ ਨਾਲ ਨਾ ਤਾਂ x ਲੱਗਿਆ ਨਾ y ਲੱਗਿਆ ਨਾ a ਲੱਗਿਆ ਨਾ b ਲੱਗਿਆ ਕੁਝ ਨਹੀਂ ਲੱਗਿਆ ਹੋਇਆ ਕੱਲਾ ਹੀ ਹੈ plus 11 -5 ਇਹ ਇਕੱਲੇ ਨੇ plus 11 -5 then ਇਹ ਕੀ ਬਚ ਗਿਆ ਇਕੱਲੀ ਟਰਮ ਬਚ ਗਈ plus 8z। ਤਾਂ ਇਹਨਾਂ ਨੂੰ ਅਸੀਂ ਇਕੱਠੇ ਤੋਂ ਸੋਲਵ ਕਰਾਂਗੇ
ਇਹਨਾਂ ਨੂੰ ਅਸੀਂ ਇਕੱਠੇ ਤੋਂ ਸੋਲਵ ਕਰਾਂਗੇ ਔਰ ਇਹ ਸਾਡੇ ਕੋਲੇ ਨਾਲ ਬਚ ਜਾਏਗੀ ਇਹ ਐਕਸਟਰਾ ਟਰਮ ਹੈ 3x 7x। देखो 3 + 7 ਕੀ ਹੁੰਦਾ ਹੈ 10 और 3x + 7x ਕੀ ਹੋ ਜਾਊਗਾ 10x। ਤਾਂ ਮੈਂ ਲਿਖ ਸਕਦਾ 10x। ਜੇ ਤੁਸੀਂ ਹੋਰ ਇਸ ਨੂੰ ਡਿਟੇਲ ਚ ਸਮਝਣਾ ਚਾਹਦੇ ਹੋ ਤਾਂ ਮੈਂ ਇਸ ਨੂੰ ਐਵੇਂ ਵੀ ਕਰ ਸਕਦਾ 3x + 7x ਤੋਂ ਮੈਂ ਦੋਨਾਂ ਚੋਂ x ਨੂੰ ਬਾਹਰ ਕਰ ਲੈਣਾ ਕਿਉਂਕਿ ਸਾਂਝਾ ਇਹਦੇ ਕੋਲ ਵੀ ਹੈ x ਇਹਦੇ ਕੋਲ ਵੀ ਹੈ ਤਾਂ ਬ੍ਰੈਕਟਸ ਕੀ ਬਚੇਗਾ 3 + 7 ਇਸ ਤਰ੍ਹਾਂ ਵੀ ਕਰ ਸਕਦੇ ਹਾਂ ਅਸੀਂ प्लस 11 - 5 11 ਚੋਂ 5 ਮਾਈਨਸ ਕਰਾਂਗੇ ਤਾਂ ਕੀ ਆਏਗਾ +11 ਦਾ 5 ਮਾਈਨਸ ਹੈ ਜਦੋਂ ਇੱਕ ਸਾਈਨ ਪਲੱਸ ਦਾ ਹੋਵੇ ਇੱਕ ਮਾਈਨਸ ਦਾ ਹੋਵੇ ਤਾਂ ਅਸੀਂ ਕੀ ਕਰਦੇ ਹੁੰਦੇ ਆ ਘਟਾਣੇ ਹੁੰਦੇ ਆ ਵੱਡੀ ਰਕਮ ਚੋਂ ਛੋਟੀ ਰਕਮ 11 ਚੋਂ 5 ਕੱਢੇ 6 ਔਰ ਸਾਈਨ ਕਿਹੜਾ ਲੱਗਦਾ ਹੁੰਦਾ ਜਿਹੜਾ ਵੱਡੀ ਰਕਮ ਦੇ ਅੱਗੇ ਉਹ ਕੀ ਹੈ ਪਲੱਸ ਦਾ ਤਾਂ ਇਹ ਬਣਿਆ +6 + 8z। ਦੈਨ ਇਸ ਤੋਂ ਬਾਅਦ ਆ ਗਿਆ 3 + 7 ਬਾਹਰ ਹੈਗਾ x 3 + 7 ਕੀ ਹੁੰਦਾ 10x +6 + 8z। ਇਹ ਸਾਡਾ ਕੀ ਆ ਗਿਆ ਆਨਸਰ ਆ ਗਿਆ कोई प्रॉब्लम नहीं है ਅਸੀਂ डायरेक्टली भी कर सकते ਸੀ 3x + 7x बराबर है 10x +11 - 5 बराबर है 6 + 8z। ਸਾਡਾ ਇਹ ਸਟੈਪ ਬਚਦਾ ਸੀ ਜੇਕਰ ਸਾਨੂੰ ਇਸ ਚੀਜ਼ ਦੀ ਨੌਲੇਜ ਹੈ ਕਿ 3x + 7x ਕਿਸ ਦੇ ਬਰਾਬਰ ਹੁੰਦਾ ਹੈ 10x। ਸਾਨੂੰ ਬਾਹਰ ਕੁਝ ਕਾਮਨ ਕੱਢ ਕੇ ਕਰਨ ਦੀ ਲੋੜ ਨਹੀਂ ਹੈ ਅਸੀਂ ਇੱਕ ਸਟੈਪ ਨੂੰ ਬਚਾ ਵੀ ਸਕਦੇ ਹਾਂ। ਨੈਕਸਟ ਇੱਕ ਹੋਰ ਅਸੀਂ ਕੁਐਸਚਨ ਕਰਦੇ ਹਾਂ ਐਡੀਸ਼ਨ 3 टर्म्स वाली इक्वेशन अपन देता हुआ है एक रकम देती है x² - y² - 1 x² - y² - 1 एक ਇਹ ਇਸ ਦੇ ਵਿੱਚ ਜੋੜੋ y² - 1 x² और ਇਸ ਚ ਜੋੜੋ 1 - x² - y²। ਇਹ ਤਿੰਨ ਰਕਮਾਂ ਨੂੰ ਅਸੀਂ ਆਪਸ ਦੇ ਵਿੱਚ ਕੀ ਕਰਨਾ ਹੈ ਐਡ ਕਰਨਾ ਹੈ ਤਾਂ ਕੀ ਕਰਾਂਗੇ ਤਿੰਨਾਂ ਦੇ ਵਿਚਕਾਰ ਜਿੱਥੇ ਕੋਮਾ ਹੈ ਉੱਥੇ ਮੈਂ ਕੀ ਕਰ ਦੂੰਗਾ ਪਲੱਸ ਦਾ ਸਾਈਨ ਲਗਾ ਦੂੰਗਾ ਕੋਮੇ ਦੀ ਥਾਂ ਤੇ ਮੈਂ ਕੀ ਲਗਾ ਦੂੰਗਾ ਪਲੱਸ ਦਾ ਸਾਈਨ। ਮੈਂ ਲਿਖਦਾ x² - y² - 1 ਫਿਰ ਪਲੱਸ y² - 1 - x² ਫਿਰ ਤੋਂ ਪਲੱਸ 1 - x² - y²। ਇਹ ਹੁਣ ਸਾਡੇ ਕੋਲੇ 1 2 3 4 5 6 7 8 9 ਆਪਣੇ ਕੋਲ ਟੋਟਲ 9 ਟਰਮਸ ਹੋਣੇ ਚਾਹੀਦੇ ਆ ਕੋਈ ਟਰਮ ਮਿਸ ਨਾ ਹੋ ਜੇ ਇਸ ਕਰਕੇ ਆਪਾਂ ਹਰ ਇੱਕ ਸਟੈਪ ਤੇ ਆਪਣੀਆਂ ਟਰਮਸ ਗਿਣ ਸਕਦੇ ਆ 1 2 3 4 5 6 7 8 9। ਤਾਂ ਹੁਣ x² ਵਾਲੀਆਂ ਟਰਮ ਸਭ ਤੋਂ ਪਹਿਲੀ ਚੀਜ਼ ਇਹਨੇ ਆਪਾਂ x² ਐਸੀਆਂ ਟਰਮਸ ਇਕੱਠੀਆਂ ਕਰੀਏ x ਦੀ ਘਾਤ 2 ਵਾਲੀ ਟਰਮ ਇੱਕ ਤਾਂ ਆਪ ਹੀ ਪਈ ਹੈ x ਦੀ ਘਾਤ 2 ਇਹ y ਦੀ ਘਾਤ 2 ਹੈ ਇਹ ਸਿੰਪਲ ਟਰਮ ਹੈ ਇਹ ਵੀ y ਦੀ ਘਾਤ 2 ਹੈ ਇਹ ਵੀ ਸਿੰਪਲ ਟਰਮ ਹੈ ਇਹ x ਦੀ ਘਾਤ 2 ਹੈ ਤਾਂ ਇਸ ਨੂੰ ਅਸੀਂ x ਦੀ ਘਾਤ 2 ਨਹੀਂ ਲਵਾਂਗੇ -x ਦੀ ਘਾਤ 2 ਅੱਗੇ ਲੈ ਕੇ ਆਵਾਂਗੇ ਮਾਈਨਸ ਦਾ ਜਾਂ ਪਲੱਸ ਦਾ ਸਾਈਨ ਨਾਲ ਜ਼ਰੂਰ ਲੈ ਕੇ ਆਉਣਾ ਅਦਰਵਾइज ਸਾਡਾ ਕੁਐਸਚਨ ਜੋ ਹੈ ਅਸੀਂ ਮਿਸਟੇਕਸ ਕਰ ਜਾਵਾਂਗੇ। ਫਿਰ ਅਗਲੀ ਬਿਲਕੁਲ ਸਿੰਪਲ ਟਰਮ ਹੈ ਦੈਨ ਫਿਰ -x ਦੀ ਪਾਵਰ 2 ਫਿਰ ਇਸ ਨੂੰ ਵੀ ਅਸੀਂ ਅੱਗੇ ਲੈ ਤਾਂ ਅਸੀਂ ਟੋਟਲ 3 ਟਰਮਸ ਲਈਆਂ x² ਵਾਲੀਆਂ ਇਕੱਠੀਆਂ ਹੋ फिर आ गई -y²। ਹੁਣ ਆਪਾਂ ਨਿਸ਼ਾਨ ਹੋਰ ਤਰ੍ਹਾਂ ਦਾ ਲਗਾਂਗੇ -y²। ਇੱਥੇ ਮੈਂ ਲਿਖਦਾ -y²। ਫਿਰ ਆ ਕੀ ਹੈ +y²। y² ਵਰਗੀ ਟਰਮ ਹੈ ਨਾ +y²। ਫਿਰ ਇਹ ਕੀ ਪਿਆ -y²। ਇਹ ਤਿੰਨ ਇਕੱਠੀਆਂ ਹੋ ਗਈਆਂ। ਅੱਛਾ ਹੁਣ ਆਪਣੇ ਕੋਲ ਕੀ ਬਚਿਆ -1 ਇੱਕ ਇਹ ਬਚਿਆ ਫਿਰ ਇੱਕ ਆ ਵੀ ਪਿਆ -1 और फिर एक a पे एक ये प्लस this and this ਤਾਂ 9 ਦੀਆਂ 9 ਟਰਮਸ ਅਸੀਂ ਕੀ ਕੀਤਾ ਸਮਾਨ ਪਦਾਂ ਨੂੰ ਇਕੱਠਾ ਕਰ ਲਿਆ ਇੱਥੇ ਵੀ ਔਰ ਇੱਥੇ ਵੀ। ਹੁਣ x² ਇਹ ਪਲੱਸ ਦਾ ਹੈ ਇਹ ਮਾਈਨਸ ਦਾ ਹੈ ਤਾਂ ਆਪਸ ਦੇ ਵਿੱਚ ਕੱਟ ਕੇ ਕੀ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ 0 ਹੋ ਜਾਂਦੇ ਜਿਵੇਂ ਆਪਾਂ ਦੇਖਦੇ ਨਾ -1 +1 ਤਾਂ ਕੀ ਹੋ ਜਾਂਦਾ 0 ਐਵੇਂ 1 -1 ਜਾਂ +1 -1 ਕੀ ਹੁੰਦਾ 0 1 ਚੋਂ 1 ਘਟਾਇਆ 0 ਐਵੇਂ x² - x² ਇਹ ਕੀ ਹੋ ਜਾਏਗਾ 0 ਤਾਂ ਇਹ ਕਿਸੇ x² ਪਲੱਸ ਦਾ x² ਮਾਈਨਸ ਦਾ ਆਪਸ ਵਿੱਚ ਕਟਿੰਗ ਹੋਊਗੀ। ਐਵੇਂ y² ਆ ਮਾਈਨਸ ਦਾ ਪਿਆ ਆ y² ਪਲੱਸ ਦਾ ਪਿਆ ਇਹ ਆਪਸ ਇਹਨਾਂ ਦੀ
दोबारा तो कटिंग होगी। ए -1 पे ए +1 पे ये भी आपस दे विच खत्म हो गई। तो अपने कोले हुण की बचता है 6 टर्म साडे कोले कैंसल हो गई। अपने कोल की बचिया इत्थे बचिया -x दी पावर 2 देन -y दी पावर 2 देन -1। दिस इज द आंसर। -x दी पावर 2 -y दी पावर 2 एंड -1 ये साडा जोड़ के आंसर आ गया। हुण ਅਸੀਂ ਕਰਦੇ ਹਾਂ ਘਟਾ वाले क्वेश्चन कि किवें ਅਸੀਂ बीज गणितलिक व्यंजकां ਨੂੰ आपस ਦੇ ਵਿੱਚ ਘਟਾਣਾ है। घटाओ वाले क्वेश्चन पहला 30ab plus 12b 30ab plus 12b plus 14a विचों 24ab -10b -18a घटाओ। ਅਸੀਂ ਕੀ ਕਰਨਾ ਹੈ ਇਸ ਰਕਮ ਦੇ ਵਿੱਚੋਂ ਇਸ ਰਕਮ ਨੂੰ ਘਟਾਉਣਾ ਹੈ। ਔਰ ਜਦੋਂ ਅਸੀਂ ਘਟਾਉਣ ਦੀ ਗੱਲ ਕਰਦੇ ਆ ਜਦੋਂ ਕਹਿੰਦੇ ਨੇ ਕਿ 5 ਚੋਂ 3 ਨੂੰ ਘਟਾਓ ਤਾਂ ਅਸੀਂ ਲਿਖਦੇ ਆ 5 - 3। ਜਦੋਂ ਕਹਿੰਦੇ ਕਿ 10 ਚੋਂ 4 ਨੂੰ ਘਟਾਓ ਤਾਂ ਅਸੀਂ ਲਿਖਦੇ ਆ 10 - 4। 10 ਅੱਗੇ 4 ਪਿੱਛੇ। ਇਸ ਚੋਂ ਇਹਨੂੰ ਘਟਾਣਾ ਹੈ ਤਾਂ ਅਸੀਂ ਇਸ ਨੂੰ ਅੱਗੇ ਲਿਖਾਂਗੇ ਔਰ ਇਸ ਨੂੰ ਪਿੱਛੇ ਲਿਖਾਂਗੇ। तो मैं लिखूंगा 30ab plus 12b plus 14a ये रकम मैं लिखूंगा अगे। इसको घटाना है माइनस ब्रैकेट ओपन की घटाना है ए वाली रकम घटानी है की है 24ab minus 10b minus 18a। ਹੁਣ ਜਿਹੜਾ ਇਹ ਮਾਈਨਸ ਦਾ ਸਾਈਨ ਹੈ ਅਸੀਂ ਸਿੰਪਲੀ ਬਾਹਰ ਨਹੀਂ ਲਗਾ ਸਕਦੇ ਕਿ ਹਾਂ ਇਸ ਰਕਮ ਤੋਂ ਬਾਅਦ ਜਿਵੇਂ ਅਸੀਂ ਪਲੱਸ ਦਾ ਸਾਈਨ ਲਗਾ ਦਿੰਦੇ ਸੀ ਅਸੀਂ ਦੂਜੀ ਰਕਮ ਨੂੰ ਹਮੇਸ਼ਾ ਬ੍ਰੈਕਟ 'ਚ ਲਵਾਂਗੇ ਤਾਂ ਬਾਹਰ ਮਾਈਨਸ ਦਾ ਸਾਈਨ ਘਟਾਵਾਂਗੇ ਮਾਈਨਸ ਸਾਈਨ ਲਗਾਵਾਂਗੇ। ਕਿਉਂਕਿ ਜੇਕਰ ਮੈਂ ਡਾਇਰੈਕਟਲੀ ਲਗਾਉਂਦਾ ਦੇਖੋ ਜੇ ਮੈਂ ਡਾਇਰੈਕਟਲੀ ਇੱਥੇ ਮਾਈਨਸ ਦਾ ਸਾਈਨ ਲਗਾਦਾ ਤਾਂ ਇਹ ਬਣ ਜਾਊਗਾ 30ab 12b 14a 24ab। ਫਿਰ ਆ ਦੋਨੋਂ ਮਾਈਨਸ ਦੇ ਰਹਿ ਜਾਂਦੇ ਆ -24ab ਤਾਂ ਘਟ ਗਿਆ ਚੋਂ ਪਰ ਉਸ ਮਾਈਨਸ ਦਾ ਨਾ ਤਾਂ ਇਸ ਰਕਮ ਤੇ ਕੋਈ ਪ੍ਰਭਾਵ ਪਿਆ ਨਾ ਇਸ ਰਕਮ ਤੇ ਵੀ ਕੋਈ ਪ੍ਰਭਾਵ ਪਿਆ। ਤਾਂ ਮੈਂ ਕੀ ਕੀਤਾ ਮਾਈਨਸ ਸਾਰੀਆਂ ਦੇ ਅੱਗੇ ਲੱਗੂਗਾ ਸੋ ਦੈਟ ਹਰੇਕ ਰਕਮ ਦੇ ਉੱਪਰ ਉਸ ਮਾਈਨਸ ਦਾ ਪ੍ਰਭਾਵ ਪਵੇ। ਤਾਂ ਮਾਈਨਸ ਅਸੀਂ ਕੀ ਕਰਾਂਗੇ ਬ੍ਰੈਕਟ ਦੇ ਬਾਹਰ ਲਗਾਵਾਂਗੇ। ਤਾਂ ਹੁਣ ਅਸੀਂ ਬ੍ਰੈਕਟ ਖੋਲਾਂਗੇ 30ab 12b 14a। अब माइनस जो ब्रैकेट खोलता है बाहर माइनस होता है तो अंदर सारिया रकमां दे साइन ਅਸੀਂ ਕੀ ਕਰਦੇ ਆ चेंज कर देने ਆ। माइनस वालियां प्लस हो जांदियां ने प्लस वालियां माइनस हो जांदियां ने क्योंकि माइनस जो प्लस नाल गुणा करांगे देखो माइनस का मतलब माइनस ही गुणा अंदर की है 24ab माइनस को जो प्लस नाल गुणा कर देंगे तो माइनस बनता है और जो माइनस नु गुणा करते हैं माइनस नाल तो प्लस बनता है। हुण बाहर है माइनस तो माइनस गुणा 24ab ये बन गया -24ab -24ab। एवं इस माइनस नु इस माइनस नाल गुणा करांगे तो बनूगा प्लस 10b। एवं इस माइनस नु इस माइनस नाल गुणा करांगे तो बनूगा +18a। तुसी ध्यान नाल देखोगे कि जदों सी ब्रैकेट खोली तो आ प्लस वाला सी ए माइनस हो गया ए माइनस वाला सी ए प्लस हो गया ये भी माइनस वाला सी ये प्लस हो गया। तो जदों भी कोई ब्रैकेट खोलनी है और बाहर नेगेटिव साइन है तो उस ब्रैकेट को खोलने लगे ਅਸੀਂ ਕੀ ਕਰਨਾ ਹੈ ਸਿੰਪਲੀ ਅੰਦਰਲੇ ਸਾਰਿਆਂ ਦੇ ਸਾਈਨਸ ਉਲਟ ਕਰ ਦੇਣੇ ਆ ਮਾਈਨਸ ਵਾਲੇ ਪਲੱਸ ਕਰ ਦੇਣੇ ਔਰ ਪਲੱਸ ਵਾਲੇ ਮਾਈਨਸ ਕਰ ਦੇਣੇ। ਹੁਣ ਸਾਡੇ ਕੋਲ ਇਹ ਬ੍ਰੈਕਟਸ ਖੁੱਲ ਗਈਆਂ। ਨੈਕਸਟ ਸਟੈਪ ਤੇ ਅਸੀਂ ਕੀ ਕਰਦੇ ਹਾਂ ਸਮਾਨ ਪਦਾਂ ਨੂੰ ਇਕੱਠੇ ਕਰਾਂਗੇ। ਦੇਖੋ 30ab ਇੱਥੇ ਮੈਂ ਲਿਖਦਾ 30a। ऐसी कोई और चीज है ਜਿਹਦੇ ਨਾਲ कोई मैथमेटिक्स का कोई डिजिट जिਵੇਂ 10 5 7 ਜਿਵੇਂ 30 ਲਿਖਿਆ ਇੱਥੇ ਨਾਲ a ਲੱਗਿਆ ਹੋਵੇ ਔਰ ਨਾਲ b ਲੱਗਿਆ ਹੋਵੇ
ਇੱਥੇ ਦੇਖੋ ਇਸ ਰਕਮ ਚ ਕੱਲਾ b ਲੱਗਿਆ ਹੋਇਆ ਹੈ, ਇਸ ਟਰਮ ਚ ਕੱਲਾ a ਲੱਗਿਆ ਹੋਇਆ ਹੈ, ਇੱਥੇ ab ਲੱਗਿਆ ਹੋਇਆ ਹੈ। ਹੁਣ a ਦੀ ਪਾਵਰ ਵੀ 1 ਹੈ, b ਦੀ ਪਾਵਰ ਵੀ 1 ਹੈ, ਇੱਥੇ ਵੀ a ਦੀ ਪਾਵਰ 1 ਹੈ, b ਦੀ ਪਾਵਰ 1 ਹੈ, ਤਾਂ ਮੈਂ ਇੱਥੇ ਲਿਖ ਸਕਦਾ -24ab। ਇਹ ਦੋਨੋਂ ਕੀ ਹੈ? सिमिलर टर्म्स है, समान पद ने 30ab माइनस 24ab। देन b वाले प्लस 12b प्लस 10b, इतने मैं लिख सकता प्लस 12b प्लस 10b, ये फिर तो इकट्ठे हो गए। हुन a वाले प्लस 14a प्लस 18a प्लस 14a प्लस 18a, ਤਾਂ ਅਸੀਂ ਟੋਟਲ ਚੈੱਕ ਕਰੀਏ। ਆਪਣੇ ਕੋਲੇ ਉੱਪਰ ਟਰਮ ਸੀਗੀਆਂ 1 2 3 4 5 6, ਥੱਲੇ ਟਰਮਸ ਨੇ 1 2 3 4 5 ਤੇ 6। ਤਾਂ ਹੁਣ ਅਸੀਂ ਇਹਨਾਂ ਨੂੰ AB ਵਾਲੀਆਂ ਨੂੰ ਆਪਸ ਵਿੱਚ ਸੋਲਵ ਕਰ ਦਾਂਗੇ, B ਵਾਲੀਆਂ ਨੂੰ ਆਪਸ ਵਿੱਚ ਸੋਲਵ ਕਰ ਦਾਂਗੇ ਔਰ A ਵਾਲੀਆਂ ਨੂੰ ਆਪਸ ਵਿੱਚ ਸੋਲਵ ਕਰ ਦਾਂਗੇ। ਇਹ ਸਿਰਫ ਇੱਕ ਸਿੰਪਲ ਪਲੱਸ ਮਾਈਨਸ ਦਾ ਕਨਸੈਪਟ ਹੈ ਸੋਲਵ ਕਰਨ ਦੇ ਲਈ। 30AB - 24AB, 30 ਚੋਂ ਦੇਖੋ 30 - 24 ਕਿੰਨਾ ਹੁੰਦਾ ਹੈ? 6। ਐਵੇਂ 30AB - 24AB ਇਹ ਕੀ ਬਣੇਗਾ? 6AB। ਕੀ ਬਣ ਜਾਏਗਾ? 6AB। ਤਾਂ ਮੈਂ ਇੱਥੇ ਲਿਖ ਸਕਦਾ 6AB। सिमिलरली प्लस 12b प्लस 10b, 12 प्लस 10 ये बनता है 22, तो 12b प्लस 10b ये बन गया 22b, प्लस 14 प्लस 18, 14 ਤੇ 18 ਹੁੰਦੇ 32, ਨਾਲ ਕੀ ਲੱਗਿਆ ਦੋਨਾਂ ਦੇ a, ਤਾਂ ਆਪਾਂ ਲਿਖ ਸਕਦੇ 14 प्लस 18 32, जो 14a ਤੇ 18a ਹੈ ਤਾਂ ਇਹ ਬਣ ਗਿਆ 32a। ਸਾਡੇ ਕੋਲ ਆਨਸਰ ਆਇਆ 6ab plus 22b plus 32a, ਇਹ ਸਾਡਾ ਆਨਸਰ ਹੈ। ਇੱਕ ਹੋਰ ਕੁਐਸਚਨ ਅਸੀਂ ਕਰਦੇ ਹਾਂ ਸਬਟ੍ਰੈਕਸ਼ਨ ਦਾ, ਕਿ ਕਿਸ ਤਰ੍ਹਾਂ ਅਸੀਂ ਬੀਜ ਗਣਿਤਮਿਕ ਵਿਅੰਜਕਾਂ ਨੂੰ ਆਪਸ ਦੇ ਵਿੱਚ ਘਟਾਉਣਾ ਹੈ। क्वेश्चन है 5p स्क्वायर प्लस 3q स्क्वायर माइनस pq विचों 4pq माइनस 5q स्क्वायर माइनस 3p स्क्वायर घटाओ। ਇਹ ਅਸੀਂ ਇਸ ਰਕਮ ਚੋਂ ਅਸੀਂ ਇਸ ਰਕਮ ਨੂੰ ਘਟਾਣਾ ਹੈ, ਔਰ ਇਸ ਦੇ ਦੋ ਮੈਥਡਸ ਹੈ। ਮੈਂ ਤੁਹਾਨੂੰ ਦੋਨੋਂ ਮੈਥਡ ਇਸ ਕੁਐਸਚਨ ਦੇ ਕਰਵਾ ਦੇਣਾ। ਦੇਖੋ ਸਭ ਤੋਂ ਪਹਿਲੇ ਚੀਜ਼ ਅਸੀਂ ਕੀ ਕਰਾਂਗੇ, ਮਾਈਨਸ ਦਾ ਸਾਈਨ ਲਗਾਵਾਂਗੇ ਜਦੋਂ ਘਟਾਉਣ ਦੀ ਗੱਲ। ਇਸ ਚੋਂ ਇਹਨੂੰ ਘਟਾਣਾ ਹੈ ਤਾਂ ਇਸ ਰਕਮ ਨੂੰ ਮੈਂ ਕੀ ਕਰੂੰਗਾ, ਅੱਗੇ ਕਰ ਦੂੰਗਾ ਔਰ ਵਿਚਕਾਰ ਮਾਈਨਸ ਦਾ ਸਾਈਨ ਲੈ ਆਉਂਗਾ। ਤਾਂ ਮੈਂ ਲਿਖਦਾ 5p ਸਕੁਆਇਰ ਪਲਸ 3q ਸਕੁਆਇਰ ਮਾਈਨਸ pq, ਵਿਚਕਾਰ ਮਾਈਨਸ। ਜਦੋਂ ਮਾਈਨਸ ਦਾ ਸਾਈਨ ਆ ਗਿਆ ਵਿਚਕਾਰ ਤਾਂ ਬ੍ਰੈਕਟ ਲੱਗਦੀ ਹੈ। ਬ੍ਰੈਕਟ 'ਚ ਮੈਂ ਸਾਰੀ ਰਕਮ ਨੂੰ ਅਗਲੀ ਨੂੰ ਲਿਖ ਦੇਣਾ, so that ਇਸ ਮਾਈਨਸ ਦਾ ਪ੍ਰਭਾਵ ਹਰੇਕ ਤੱਕ ਜਾਵੇ। ਜਦੋਂ ਬ੍ਰੈਕਟ ਖੁੱਲੇਗੀ ਤਾਂ ਆਪਾਂ ਲਿਖਦੇ ਆ 5p ਸਕੁਆਇਰ ਪਲਸ 3q ਸਕੁਆਇਰ ਮਾਈਨਸ pq ਐਜ਼ ਇਟ ਇਜ਼ ਲਿਖਤਾ। ਹੁਣ ਜਦੋਂ ਬਾਹਰ ਮਾਈਨਸ ਹੈ, ਮੈਂ ਤੁਹਾਨੂੰ ਲਾਸਟ ਕੁਐਸਚਨ 'ਚ ਵੀ ਕਰਵਾਇਆ ਸੀ ਕਿ ਜਦੋਂ ਬਾਹਰ ਮਾਈਨਸ ਹੈ ਤਾਂ ਬ੍ਰੈਕਟ ਖੁੱਲੂਗੀ, ਅੰਦਰਲੇ ਜਿਹੜੇ ਟਰਮਸ ਨੇ ਉਹਨਾਂ ਦੇ ਜਿਹੜੇ ਸਾਈਨਸ ਹੈ ਟੋਟਲੀ ਚੇਂਜ ਹੋ ਜਾਣਗੇ, ਬਿਲਕੁਲ ਉਲਟ ਹੋ ਜਾਣਗੇ। ਆ 4pq ਅੰਦਰ ਪਲਸ ਦਾ, ਜਦੋਂ ਬ੍ਰੈਕਟ ਖੁੱਲੀ ਬਣ ਗਿਆ -4pq, ਇਹ -5q ਸਕੁਆਇਰ ਬਣ ਗਿਆ +5q ਸਕੁਆਇਰ, ਇਹ -3p ਸਕੁਆਇਰ ਬਣ ਗਿਆ +3p ਸਕੁਆਇਰ। ਸੋ ਇਹ ਤੁਹਾਨੂੰ ਕਲੀਅਰ ਹੋਈ ਦੀ ਗੱਲ ਇਹ, ਆਪਾਂ ਲਾਸਟ ਕੁਐਸਚਨ ਤੁਹਾਨੂੰ ਇਹ ਚੀਜ਼ ਕਰਵਾਈ ਸੀ। ਹੁਣ ਸਿਮਿਲਰ ਟਰਮਸ ਇਕੱਠੀਆਂ ਕਰਨੀਆਂ ਨੇ। ਦੇਖੋ 5p ਸਕੁਆਇਰ, p ਸਕੁਆਇਰ ਵਰਗੀ ਹੋਰ ਟਰਮ ਹੈ ਕੋਈ, +3p ਸਕੁਆਇਰ, +3p ਸਕੁਆਇਰ। ਐਵੇਂ ਹੀ +3q ਸਕੁਆਇਰ, +3q ਸਕੁਆਇਰ, q ਸਕੁਆਇਰ ਵਰਗੀ ਕੋਈ ਹੋਰ ਟਰਮ ਹੈ, +5q ਸਕੁਆਇਰ, +5q ਸਕੁਆਇਰ। then -pq and then -4pq, ਇਹ ਇੱਕੋ ਜਿਹਾ ਟਰਮਸ ਹੈ। ਉੱਪਰ ਟਰਮ ਸੀਗੀਆਂ 1 2 3 4 5 6, ਨੀਚੇ ਵੀ 1 2 3 4 5 ਤੇ 6 ਟਰਮਸ ਹੈ। ਆਪਸ ਵਿੱਚ ਜੋੜਦੇ ਆ 5p ਸਕੁਆਇਰ plus 3p ਸਕੁਆਇਰ ਨੂੰ, q ਸਕੁਆਇਰ ਵਾਲੀਆਂ ਆਪਸ ਜੁੜ ਜਾਣਗੀਆਂ ਔਰ ਇਹ pq ਵਾਲੀਆਂ ਆਪਸ ਵਿੱਚ ਅਸੀਂ ਇਹਨਾਂ ਦਾ ਸੋਲੂਸ਼ਨ ਲੱਭਦੇ ਆ। 5p ਸਕੁਆਇਰ plus 3p ਸਕੁਆਇਰ ਇਹ ਬਣ ਗਿਆ 8p ਸਕੁਆਇਰ, ਕਿਉਂਕਿ 5 plus 3 ਕਿੰਨਾ ਹੁੰਦਾ 8,
ਤੇ 5p² plus 3p² ਕੀ ਬਣਦਾ ਹੈ 8p²। then plus 3q² plus 5q², 3 ਤੇ 5 ਕਿੰਨੇ ਹੁੰਦੇ ਆ 8, ਤਾਂ 3q² ਤੇ 5q² ਕੀ ਬਣ ਗਏ 8q², ਇਹ ਬਣ ਗਿਆ 8q²। माइनस pq माइनस 4pq, माइनस pq ਦਾ ਮਤਲਬ ਹੈ ਮਾਈਨਸ 1pq ਤੇ ਮਾਈਨਸ 4pq ਦਾ ਮਤਲਬ ਕੀ ਹੈ ਉਹੀ ਮਾਈਨਸ 4pq। ਇਹਨਾਂ ਨੂੰ ਅਸੀਂ ਆਪਸ ਕੀ ਕਰਦੇ ਹਾਂ ਜੋੜਦੇ ਹਾਂ ਜਾਂ ਸੋਲਵ ਕਰਦੇ ਹਾਂ। ਮਾਈਨਸ 1 ਤੇ ਮਾਈਨਸ 4, ਮਾਈਨਸ 1 ਮਾਈਨਸ 4 ਕਿੰਨੇ ਹੁੰਦੇ ਜੇ ਆਪਾਂ ਗੱਲ ਕਰੀਏ ਮਾਈਨਸ 1 ਤੇ ਮਾਈਨਸ 4 सिमिलर टर्म्स से देखो दोनों के माइनस लग्या होया इको जिहा टर्म्स जे होण सेम साइन वालियां ਤਾਂ ਆਪਸ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ 1 ਤੇ 4 5 ਔਰ ਸਾਈਨ ਕਿਹੜਾ ਲੱਗਦਾ ਜਿਹੜਾ ਦੋਨਾਂ ਦੇ ਅੱਗੇ ਜਿਹੜਾ ਸਾਂਝਾ ਸਾਈਨ ਹੈ ਉਹ ਕੀ ਹੈ ਮਾਈਨਸ। ਤਾਂ ਮਾਈਨਸ 1 ਤੇ ਮਾਈਨਸ 4 ਨੂੰ ਤੁਸੀਂ ਇਕੱਠਾ ਕਰਦੇ ਬਣਦਾ ਮਾਈਨਸ 5 ਔਰ ਨਾਲ ਕੀ ਲੱਗਦਾ pq। ਸਾਡਾ ਆਨਸਰ ਆਇਆ ਮਾਈਨਸ 5 pq। ਸੋ ਇਸ ਤਰੀਕੇ ਨਾਲ ਸਾਡੇ ਕੋਲੇ ਇਸ ਕੁਐਸਚਨ ਦਾ ਸੋਲੂਸ਼ਨ ਹੋ ਗਿਆ। इस क्वेश्चन ਨੂੰ ਇੱਕ ਹੋਰ ਮੈਥਡ ਨਾਲ ਵੀ ਕੀਤਾ ਜਾ ਸਕਦਾ ਹੈ, ਉਹ ਤੁਹਾਨੂੰ ਮੈਂ ਸਾਈਡ ਤੇ ਕਰਕੇ ਦਿਖਾਣਾ ਕਿ ਕਿਸ ਤਰ੍ਹਾਂ ਅਸੀਂ ਇਸ ਕੁਐਸਚਨ ਨੂੰ ਇੱਕ ਹੋਰ ਮੈਥਡ ਨਾਲ ਕਰ ਸਕਦੇ ਹਾਂ। ਆਨਸਰ ਮੈਂ ਲਿਖ ਲਿਆ ਸੋ ਦੈਟ ਆਪਣਾ ਆਨਸਰ ਅਸੀਂ ਬਾਅਦ ਚ ਮੈਚ ਕਰ ਸਕਦੇ ਹਾਂ ਕਿ ਆਨਸਰ ਸਾਡਾ ਸੇਮ ਆਇਆ ਜਾਂ ਸੇਮ ਨਹੀਂ ਆਇਆ। ਇਸ ਵਿੱਚੋਂ ਇਸ ਨੂੰ ਘਟਾਓ, ਇਸ ਵਿੱਚੋਂ ਇਸ ਨੂੰ ਘਟਾਓ ਤਾਂ ਮੈਂ ਉੱਪਰ ਲਿਖਦਾ ਜਿਵੇਂ ਆਪਾਂ ਕਹਿੰਦੇ ਨਾ ਕਿ 5 ਚੋਂ 4 ਨੂੰ ਘਟਾਓ ਇਸ ਤਰ੍ਹਾਂ ਲਿਖਦਾ 5 - 4 1 ਆ ਜਾਏਗਾ। ਇੱਕ ਮੈਂ ਲਿਖਦਾ 5 ਚੋਂ 4 ਨੂੰ ਘਟਾਓ ਇਸ ਤਰ੍ਹਾਂ ਨੀਚੇ ਸਾਈਨ ਲਗਾना माइनस ਦਾ और 5 ਚੋਂ 4 ਘਟਾਇਆ ਤਾਂ 1 ਆ ਜਾਂਦਾ। ਇਸ ਚੋਂ ਇਸ ਨੂੰ ਘਟਾਓ ਤਾਂ ਮੈਂ ਉੱਪਰ ਲਿਖੂੰਗਾ ਇਸ ਨੂੰ ਇਸ ਟਰਮ ਨੂੰ 5p² ਇਸ ਕੋਈ ਪੂਰੀ ਰਕਮ ਨੂੰ ਮੈਂ ਲਿਖਿਆ -pq और ਇਸ ਚੋਂ ਹੁਣ ਇਹਨੂੰ ਘਟਾਣਾ ਹੈ ਤਾਂ ਇਸ ਨੂੰ ਮੈਂ ਨੀਚੇ ਲਿਖੂੰਗਾ और ਲਿਖਣਾ ਕਿੱਥੇ ਹੈ समान पदां ਨੂੰ ਅਸੀਂ ਇਕੱਠੇ ਲਿਖਣਾ ਹੈ ਉੱਪਰ ਥੱਲੇ। देखो 4pq है एक ये +4pq है तो pq वाले कितने बैठे ये बैठे +4pq लिखूंगा फिर -5q² ये मैं लिखूंगा q² वाले थल्ले -5q²। फिर -3p² इन्हें मैं लिखूंगा p² वाले थल्ले -3p²। ਹੁਣ ਇਹਨਾਂ ਦਾ ਅਸੀਂ ਸੋਲੂਸ਼ਨ ਕਰਾਂਗੇ। ਜਦੋਂ ਅਸੀਂ ਘਟਾਉਂਦੇ ਆ ਜਦੋਂ ਕਹਿੰਦੇ ਨੇ ਕਿ 5 ਚੋਂ 4 ਨੂੰ ਘਟਾਣਾ ਹੈ ਤਾਂ ਅਸੀਂ 5 ਚੋਂ 4 ਨੂੰ ਘਟਾਉਣ ਲਈ ਅੱਗੇ ਸਾਈਨ ਮਾਈਨਸ ਕਰ ਦੇਣੇ ਹੁੰਦੇ ਤਾਂ ਹੀ 5 - 4 1 ਆਉਂਦਾ ਸਾਈਨ ਬਦਲਦੇ ਆ 4 ਦਾ 4 ਨੂੰ ਘਟਾਉਣ ਵਾਸਤੇ। ਹੁਣ ਇਸ ਚੋਂ ਇਹਨੂੰ ਘਟਾਵਾਂਗੇ ਤਾਂ ਇਸ ਰਕਮ ਦੇ ਤਾਂ ਸਾਈਨ ਚੇਂਜ ਹੋਣਗੇ। ਆ ਜਿਹੜੀ ਰਕਮ ਹੈ ਇਹ ਮਾਈਨਸ ਦੀ ਸੀ ਇਹ ਪਲੱਸ ਦੀ ਬਣ ਜਾਏਗੀ, ਆ ਮਾਈਨਸ ਵਾਲੀ ਪਲੱਸ ਦੀ ਹੋ ਜਾਏਗੀ ਔਰ ਪਲੱਸ ਵਾਲੀ ਮਾਈਨਸ ਦੀ ਹੋ ਜਾਏਗੀ। ਹੁਣ ਇਸ ਦਾ ਅਸੀਂ ਆਨਸਰ ਕੱਢ ਕੇ ਦੇਖਦੇ ਹਾਂ। ਹੁਣ ਪੜੀ ਜਾਊਗੀ 5p² plus 3p²। 5p² plus 3p² ਕੀ ਹੁੰਦਾ 8p²। 3q² plus 5q² ਇਹ ਬਣ ਗਿਆ 8q²। 3 plus 5 8 ਹੁੰਦਾ ਨਾ ਨਾਲ q² ਲੱਗਿਆ 8q²। -1pq ਤੇ -4pq ਇਹ ਤੁਹਾਨੂੰ ਮੈਂ ਕਰਵਾ ਚੁੱਕਿਆ -5pq। ਦੇਖੋ ਇਹ ਵੀ ਆਨਸਰ ਸੀ 8p² plus 8q² -5pq। ਇਹ ਵੀ ਆਨਸਰ ਹੈ 8p² plus 8q² -5pq। ਸੋ ਦੋਨੋਂ ਆਨਸਰਸ ਆਪਸ ਵਿੱਚ ਕੀ ਹੋ ਗਏ ਮੈਚ ਕਰਦੇ ਆ। ਅਸੀਂ ਜਿਹੜਾ ਮਰਜ਼ੀ ਮੈਥਡ ਲਗਾ ਕੇ ਇਹਨਾਂ ਕੁਐਸਚਨਸ ਨੂੰ ਸੋਲਵ ਕਰ ਸਕਦੇ ਹਾਂ। ਤੁਸੀਂ ਧਿਆਨ ਨਾਲ ਇਹਨਾਂ ਕੁਐਸਚਨਸ ਨੂੰ ਆਪਣੇ ਰਫ ਕਾਪੀ ਦੇ ਉੱਪਰ ਸੋਲਵ ਕਰੋ ਔਰ ਸਟੈਪ ਬਾਈ ਸਟੈਪ ਸੋਲਵ ਕਰੋਗੇ ਡੈਫੀਨਿਟਲੀ ਤੁਸੀਂ ਇਹਨਾਂ ਕੁਐਸਚਨਸ ਨੂੰ ਆਰਾਮ ਨਾਲ ਸੋਲਵ ਕਰ ਲਓਗੇ ਔਰ ਚੰਗੇ ਮਾਰਕਸ ਪੇਪਰ ਦੇ ਵਿੱਚ ਲੈ ਕੇ ਜਾ ਸਕਦੇ ਹੋ। ਸੋ ਥੈਂਕ ਯੂ ਵੈਰੀ ਮਚ।